ਵਿੱਚ ਆਪਾਂ ਪੜ੍ਹ ਰਹੇ ਸੀਗੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਬਾਰੇ। ਸੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਕੁਝ ਕੁ ਸ਼ਲੋਕ ਜਿਹੜੇ ਰਹਿ ਗਏ ਸੀਗੇ ਉਹਨਾਂ ਬਾਰੇ ਆਪਾਂ ਚਰਚਾ ਕਰਾਂਗੇ। ਹਾਂਜੀ, ਸੋ ਕਰਦੇ ਹਾਂ ਸ਼ੁਰੂ ਵਿਦਿਆਰਥੀਓ। ਹਾਂ, ਜਿਹੜਾ ਸ਼ਲੋਕ ਹੈ ਦੇ ਰੱਖਿਆ ਉਹ ਮੈਂ ਪੜ੍ਹਦਾ, ਤੁਸੀਂ ਜਿਵੇਂ ਜਿਵੇਂ ਮੈਂ ਪੜ੍ਹਦਾ ਜਾਵਾਂ ਤੁਸੀਂ ਥੋੜ੍ਹਾ ਜਿਹਾ ਧਿਆਨ ਉਸੇ ਚੀਜ਼ 'ਤੇ ਦਿਆ ਕਰੋ ਥੋੜ੍ਹਾ ਜਿਹਾ, ਉਹਦੇ ਨਾਲ ਤੁਹਾਡਾ ਉਚਾਰਨ ਸੁਧਰੂਗਾ। ਨਾਲੇ ਇਹ ਵੀ ਪਤਾ ਲੱਗੂਗਾ ਕਿ ਗੁਰਬਾਣੀ ਦੇ ਵਿੱਚ ਜਿਹੜਾ ਕਿਹੜਾ ਸ਼ਬਦ ਹੈ, ਕਿਹੜਾ ਅੱਖਰ ਹੈ, ਉਹਦਾ ਉਚਾਰਨ ਕਿਵੇਂ ਹੈ, ਉਹ ਤੁਹਾਨੂੰ ਬੋਲਣਾ ਆ ਜਾਊਗਾ। ਸੋ ਠੀਕ ਹੈ ਜੀ, ਮੈਂ ਪੜ੍ਹਨਾ ਸ਼ੁਰੂ ਕਰਦਾ। ਪਹਿਲਾ ਸ਼ਲੋਕ ਹੈ, ਜੈਸੇ ਜਲ ਤੇ ਬੁੱਧ ਬੁਧਾ ਉਪਜੈ ਬਿਨਸੈ ਨੀਤ। ਜੈਸੇ ਜਲ ਤੇ ਬੁੱਧ ਬੁਧਾ ਉਪਜੈ ਬਿਨਸੈ ਨੀਤ। ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਮੀਤ। ਗੁਰੂ ਤੇਗ ਬਹਾਦਰ ਜੀ ਕੀ ਕਹਿ ਰਹੇ ਆ? ਕਹਿੰਦੇ ਜੈਸੇ ਜਲ ਤੇ ਬੁੱਧ ਬੁਧਾ। ਬੁੱਧ ਬੁਧਾ ਦਾ ਮਤਲਬ ਹੁੰਦਾ ਹੈ ਬੁਲਬੁਲਾ। ਪਾਣੀ ਤੇ ਬੁਲਬੁਲੇ ਬਣਦੇ ਆ ਨਾ, ਤੁਸੀਂ ਦੇਖਿਆ ਨਾ, ਪਾਣੀ ਦੇ ਉੱਪਰ ਜਿਹੜਾ ਬੁਲਬੁਲਾ ਬਣਦਾ ਉਹ ਕਿੰਨੇ ਕੁ ਚਿਰ ਵਾਸਤੇ ਬਣਦਾ ਭਲਾ? ਇੱਕ ਪਲ ਵਾਸਤੇ ਹੀ ਬਣਦਾ ਹੈ ਨਾ। ਜਦੋਂ ਬਣਦਾ ਤੇ ਉਸ ਤੋਂ ਬਾਅਦ ਮਤਲਬ ਪਲ ਦੇ ਵਿੱਚ ਹੀ ਉਹ ਸਮਾਪਤ ਹੋ ਜਾਂਦਾ, ਫੁੱਟ ਜਾਂਦਾ, ਖਤਮ ਹੋ ਜਾਂਦਾ। ਗੁਰੂ ਤੇਗ ਬਹਾਦਰ ਜੀ ਕਹਿੰਦੇ ਜੈਸੇ ਜਲ ਤੇ ਬੁੱਧ ਬੁਧਾ ਉਪਜੈ ਬਿਨਸੈ ਨੀਤ। ਕੀ ਕਹਿੰਦੇ ਕਿ ਜਿਵੇਂ ਪਾਣੀ ਦੇ ਉੱਪਰ ਬੁਲਬੁਲਾ ਉਪਜੈ ਮਤਲਬ ਉਪਜਦਾ, ਪੈਦਾ ਹੋਣਾ, ਪੈਦਾ ਹੁੰਦਾ ਹੈ। ਬਿਨਸੈ ਮਤਲਬ ਖਤਮ ਹੋਣਾ, ਸਮਾਪਤ ਹੋ ਜਾਣਾ, ਖਤਮ ਹੋਣਾ। ਗੁਰੂ ਤੇਗ ਬਹਾਦਰ ਜੀ ਕਹਿੰਦੇ ਜਿਵੇਂ ਪਾਣੀ ਦੇ ਉੱਪਰ ਬੁਲਬੁਲਾ ਹੈ ਜਿਹੜਾ ਉਹ ਪੈਦਾ ਹੁੰਦਾ ਹੈ ਤੇ ਖਤਮ ਹੋ ਜਾਂਦਾ ਹੈ, ਪਲ ਦੇ ਵਿੱਚ ਹੀ ਹੋ ਜਾਂਦਾ ਹੈ। ਪਲ ਦੇ ਵਿੱਚ ਹੀ ਹੋ ਜਾਂਦਾ ਨਾ ਬੁਲਬੁਲਾ। ਜਿਵੇਂ ਬਰਸਾਤ ਵਗੈਰਾ ਹੁੰਦੀ ਹੋਵੇ ਤੇ ਤੁਸੀਂ ਦੇਖਿਆ ਹੋਣਾ ਜਦੋਂ ਪਾਣੀ ਬਾਹਰ ਜਦੋਂ ਖੜਦਾ ਤਾਂ ਉਦੋਂ ਤੁਸੀਂ ਦੇਖਿਆ ਹੋਣਾ ਵੀ ਬਰਸਾਤ ਦੇ ਕਾਰਨ ਉਹ ਬੁਲਬੁਲਾ ਬਣਦਾ ਤੇ ਉਦੋਂ ਹੀ ਪਲ ਦੇ ਵਿੱਚ ਹੀ ਉਹ ਖਤਮ ਹੋ ਜਾਂਦਾ। ਜੈਸੇ ਜਲ ਤੇ ਬੁੱਧ ਬੁਧਾ ਉਪਜੈ ਬਿਨਸੈ ਨੀਤ। ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਮੀਤ। ਗੁਰੂ ਤੇਗ ਬਹਾਦਰ ਜੀ ਕਹਿੰਦੇ ਹੇ ਮੀਤ। ਮੀਤ ਦਾ ਮਤਲਬ ਹੁੰਦਾ ਮਿੱਤਰ। ਆਪਾਂ ਬੇਲੀ ਵੀ ਕਹਿ ਦਿੰਦੇ ਹਾਂ, ਯਾਰ ਦੋਸਤ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਮਿੱਤਰ ਸ਼ਬਦ ਉਹਦੇ ਵਾਸਤੇ ਆਪਾਂ ਇਸਤੇਮਾਲ ਕੀਤਾ ਇੱਥੇ। ਕਹੋ ਨਾਨਕ ਸੁਣ ਮੀਤ। ਹੇ ਮਿੱਤਰ, ਹੇ ਮੇਰੇ ਮਿੱਤਰ ਸੁਣ ਤੂੰ ਇਸ ਗੱਲ ਨੂੰ। ਜਗ ਰਚਨਾ ਤੈਸੇ ਰਚੀ। ਜਗ ਮਤਲਬ ਸੰਸਾਰ। ਇਸ ਸੰਸਾਰ ਦੀ ਰਚਨਾ ਹੈ ਜਿਹੜੀ ਉਹ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਪਾਣੀ ਦੇ ਉੱਪਰ ਬੁਲਬੁਲਾ ਹੈ। ਮਤਲਬ ਕੀ ਹੈ ਕਿ ਇਸ ਸੰਸਾਰ ਦੇ ਵਿੱਚ ਜਿਹੜਾ ਵੀ ਮਨੁੱਖ ਆਉਂਦਾ ਹੈ ਉਸ ਦਾ ਜੀਵਨ ਹੈ ਜਿਹੜਾ ਉਹ ਪਾਣੀ ਦੇ ਬੁਲਬੁਲੇ ਵਰਗਾ ਹੈ। ਜਿਵੇਂ ਪਾਣੀ ਦਾ ਬੁਲਬੁਲਾ ਪੈਦਾ ਹੁੰਦਾ ਉਸ ਤੋਂ ਬਾਅਦ ਉਹਦਾ ਪਲ ਦੇ ਵਿੱਚ ਹੀ ਨਾਸ਼ ਹੋ ਜਾਂਦਾ, ਉਵੇਂ ਹੀ ਮਨੁੱਖ ਇਸ ਦੁਨੀਆ ਤੇ ਇਸ ਸੰਸਾਰ ਵਿੱਚ ਇਸ ਜਗਤ ਵਿੱਚ ਜਨਮ ਲੈਂਦਾ ਤੇ ਉਸ ਤੋਂ ਬਾਅਦ ਉਸ ਦਾ ਨਾਸ਼ ਵੀ ਹੋ ਜਾਂਦਾ ਹੈ। ਮਤਲਬ ਉਸ ਤੋਂ ਬਾਅਦ ਉਹ ਮਰ ਜਾਂਦਾ ਹੈ। ਜਨਮ ਲੈਂਦਾ ਹੈ ਤਾਂ ਮਰ ਜਾਂਦਾ ਹੈ। ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਮੀਤ। ਇਹ ਸੰਸਾਰ ਦੀ ਰਚਨਾ ਵੀ ਬਿਲਕੁਲ ਉਸੇ ਪ੍ਰਕਾਰ ਹੀ ਹੈ ਜਿਵੇਂ ਪਾਣੀ ਦੇ ਉੱਪਰ ਬੁਲਬੁਲਾ ਹੈ। ਉਹ ਬੁਲਬੁਲਾ ਪਲ ਭਰ ਵਾਸਤੇ ਪੈਦਾ ਹੁੰਦਾ ਤੇ ਉਸ ਤੋਂ ਬਾਅਦ ਉਹ ਖਤਮ ਹੋ ਜਾਂਦਾ। ਉਵੇਂ ਹੀ ਜਿਹੜਾ ਵੀ ਮਨੁੱਖ ਇਸ ਦੁਨੀਆ ਤੇ ਆਇਆ ਉਸ ਨੇ ਇੱਕ ਨਾ ਇੱਕ ਦਿਨ ਉਸ ਪਾਣੀ ਦੇ ਬੁਲਬੁਲੇ ਵਾਂਗ ਪਤਾ ਨਹੀਂ ਕਦੋਂ ਮਰ ਜਾਣਾ ਹੈ। ਮਨੁੱਖ ਦੇ ਜੀਵਨ ਦਾ ਕੋਈ ਭਰੋਸਾ ਨਹੀਂ। ਮਨੁੱਖ ਦਾ ਜੀਵਨ ਗੁਰੂ ਤੇਗ ਬਹਾਦਰ ਜੀ ਕਹਿੰਦੇ ਪਾਣੀ ਦੇ ਬੁਲਬੁਲੇ ਵਰਗਾ ਹੈ, ਵੀ ਕਦੋਂ ਵੀ ਨਾਸ਼ ਹੋ ਸਕਦਾ ਹੈ, ਕਦੋਂ ਵੀ ਮਨੁੱਖ ਨੂੰ ਮੌਤ ਆ ਸਕਦੀ ਹੈ। ਅੱਗੇ ਕੀ ਕਹਿੰਦੇ? ਅਗਲਾ ਸ਼ਲੋਕ ਸੁਣੋ। ਸੁਖ ਮੈਂ ਬਹੁ ਸੰਗੀ ਭਏ ਦੁੱਖ ਮੈਂ ਸੰਗ ਨਾ ਕੋਏ। ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ। ਗੁਰੂ ਤੇਗ ਬਹਾਦਰ ਜੀ ਕਹਿੰਦੇ ਸੁਖ ਮੈਂ ਬਹੁ ਸੰਗੀ ਪਏ। ਮੈਂ ਦਾ ਮਤਲਬ ਵਿੱਚ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਇੱਥੇ ਵੀ ਮੈਂ ਸ਼ਬਦ ਆਇਆ, ਇਹਦਾ ਮਤਲਬ ਵੀ ਵਿੱਚ ਹੀ ਹੈ ਕਿ ਸੁੱਖ ਦੇ ਵਿੱਚ ਤਾਂ ਬਹੁਤ ਸਾਰੇ ਸੰਗੀ ਸਾਥੀ ਬਣ ਗਏ। ਇੰਨੀ ਪੰਕਤੀ ਹੈ ਜਿਹੜੀ, ਇਹਦਾ ਮਤਲਬ ਇਹ ਹੈ ਸੁੱਖ ਮੈਂ ਬਹੁਤ ਸੰਗੀ ਭਏ। ਕਹਿਣ ਦਾ ਭਾਵ ਵੀ ਜਦੋਂ ਬੰਦੇ ਕੋਲੇ ਸੁੱਖ ਆ ਗਿਆ, ਜਦੋਂ ਕੀ ਹੋਇਆ ਵੀ ਪੈਸਾ ਬਹੁਤ ਸਾਰਾ ਆ ਗਿਆ, ਪੈਸਾ ਤੇ ਲਾ ਗਿਆ, ਸੁੱਖ ਮਿਲ ਗਏ, ਉਹਦੇ ਨਾਲ ਕੀ ਹੋਇਆ ਕਿ ਬਹੁਤ ਸਾਰੇ ਲੋਕ ਸੰਗੀ ਸਾਥੀ ਬਣ ਗਏ। ਪਰ ਦੁੱਖ ਮੈਂ ਸੰਗ ਨਾ ਕੋਈ। ਪਰ ਜਦੋਂ ਬੰਦੇ ਉੱਪਰ ਦੁੱਖ ਆਇਆ, ਕਿਉਂਕਿ ਜ਼ਰੂਰੀ ਨਹੀਂਗਾ ਕਿ ਹਮੇਸ਼ਾ ਹੀ ਬੰਦੇ ਦੇ ਜੀਵਨ 'ਚ ਸੁੱਖ ਰਹੂਗਾ, ਦੁੱਖ ਵੀ ਆ ਸਕਦਾ।
दुख आया तो दुख मैं संग ना कोई, दुख दे विच सारे संगी साथी छड्ड के भज गए। दुख मैं संग ना कोई मतलब दुख दे विच कोई संगी साथी नाल नहीं रहा। कहो नानक हर भज मना अंत सहाई होए। गुरु तेग बहादुर जी कहते हे मेरे मन हर भज मना मतलब हे मेरे मन, हे मेरे मन तू उस परमात्मा दा भजन कर। भज मतलब भजन बंदगी कर, उस परमात्मा दा नाम जप जो अंत समय तेरा सहाई होएगा, तेरा सहायक होएगा, तेरा मददगार होएगा। सहाई मतलब सहायता करने वाला, भी तेरी सहायता अंत दे विच कौन करूगा? परमात्मा ही करूगा। क्योंकि सुख दे विच तां बहुत सारे संगी साथी बन जाणगे, तेरे मित्र यार बेली बहुत बन जाणगे, पर दुख दे विच कोई विरला ही नाल खड़दा है। मतलब कहण दा भाव भी दुख दे विच कोई नाल ही नहीं खड़दा। अज दे समय च देख लो तुसीं किन्ना शब्द ढुकदा है अज दे वर्तमान समय ते। सुख मैं बहु संगी भए, दुख मैं संग न कोए, कहो नानक हर भज मना अंत सहाई होए। कि तू उस परमात्मा का नाम जप जो अंत समय तेरा मददगार साबित होगा। हाँ जी, अगले श्लोक ते चलते हैं। बाल जवानी अर बिरध फुन तीन अवस्था जान, कहो नानक हर भजन बिन बिरथा सब ही मान। ठीक है जी, सुन लिया तुसी श्लोक। हुण इहदा भाव अर्थ की है? गुरु तेग बहादुर जी कहते बाल जवानी अर बिरध मनुख दियां तीन अवस्थावां, मनुख दे जीवन दियां तीन अवस्थावां का जिक्र करते हैं। किहड़ियां किहड़ियां अवस्थावां? बाल मतलब बचपन, बाल तो भाव की है? बचपन है। जवानी होंदी है एक अवस्था, जवानी की अवस्था। बिरध का मतलब है बुढ़ापे की अवस्था। लो जी, तीन अवस्थावां का जिक्र किया है ना विद्यार्थियों, पता लग गया ना किहड़ियां किहड़ियां? एक बचपन की अवस्था होगी, एक जवानी की अवस्था तो एक बुढ़ापे की अवस्था। बाल जवानी अर बिरध फुन तीन अवस्था जान। ये तीन अवस्थावां, तीन मतलब तीन गिणती विच, इन्हां तीन अवस्थावां नूं हे मनुख तू जान, तू समझ लै इस गल नूं कि तेरे जीवन दियां तीन अवस्थावां हन, एक बचपन, एक जवानी ते एक बुढ़ापा। तीन हो गईयां। अगे सुनो अगली पंक्ति च की कहंदे, कहो नानक हर भजन बिन बिरथा सब ही मान। पर गुरु दे नाम तो बिना, परमात्मा दे नाम तो बिना, हर मतलब हरि परमात्मा, हर दा मतलब हरि परमात्मा, हरि कह दिंने आ, परमात्मा अल्लाह वाहिगुरु जिन्हों आप कह दिंने आ, गोबिंद नाम भी आया सीगा है ना। कहो नानक हर भजन बिन, उस परमात्मा दे नाम दे भजन तो बिना, उस परमात्मा दे नाम दी बंदगी तो बिना बिरथा सब ही मान। बिरथा का मतलब व्यर्थ, ये सारा कुछ तू व्यर्थ मन। बिना परमात्मा दे नाम तो बिना, परमात्मा दे भजन तो बिना ये जीवन दियां तीनों अवस्थावां जिहड़ियां वो तेरियां व्यर्थ ही चलियां गईयां। किहड़ियां अवस्थावां? एक बचपन, बाल, जवानी ते बिरध। तीन। बाल का मतलब बचपन की अवस्था, जवानी मतलब जवानी की अवस्था ते बिरध मतलब बुढ़ापे की अवस्था। ये तीनों अवस्थावां तेरियां व्यर्थ ने जेकर तू जीवन दे विच परमात्मा दे नाम की बंदगी सिमरन उसका भजन नहीं कीता। ठीक है जी। अगला श्लोक, नर चाहत कछ औरै की औरै भई, चेतवत रहे ठगौर, नानक फासी गल परी। ठीक है जी, सुन लिया। हुण इहदे भाव अर्थ सुनो की कहते गुरु तेग बहादुर जी। नर चाहत कछ और, नर का मतलब मनुख, नर का मतलब मनुख ही बनता है ना जी। हाँ सही हो तुसी, नर का मतलब मनुख। नर चाहत कछ और मतलब की है मनुख चाहत चाहता है, इच्छा रखता है, कछ और कुछ होर दी। मनुख तां किसी होर चीज़ की इच्छा रखता है। चाहत मतलब चाहना, किसी चीज़ की इच्छा रखना। नर चाहत कछ और, इन्नी पंक्ति का अर्थ यह है कि बंदा तां किसी होर चीज़ की इच्छा रखता है। औरै की औरै भई, औरै का मतलब, औरै दो बारी आया शब्द, इसका मतलब है होर, पर होर दा होर ही हो जाता है।
ਵੀ ਮਨੁੱਖਤਾ ਚਾਹੁੰਦਾ ਹੈ ਵੀ ਮੈਨੂੰ ਆਹ ਮਿਲ ਜੇ ਉਹ ਮਿਲ ਜੇ। ਮਨੁੱਖ ਦਾ ਜਿਹੜਾ ਲਾਲਚ ਹੈ ਤੇ ਉਹ ਮਤਲਬ ਕੀ ਹੈ ਵੀ ਉਹ ਕਿੰਨਾ ਹੈ ਮਨੁੱਖ ਦਾ ਲਾਲਚ। ਪਰ ਅਸਲ ਹੈ ਜਿਹੜੀ ਉਹ ਤਾਂ ਪਰਮਾਤਮਾ ਦੀ ਕਰਨੀ ਹੈ। ਬਈ ਪਰਮਾਤਮਾ ਕੀ ਚਾਹੁੰਦਾ ਉਹ ਨਹੀਂ ਪਤਾ। ਮਨੁੱਖ ਤਾਂ ਬਹੁਤ ਕੁਝ ਚਾਹੁੰਦਾ। ਆਪਾਂ ਤਾਂ ਬੜਾ ਕੁਝ ਚਾਹੁੰਦੇ ਹਾਂ ਜੀਵਨ ਦੇ ਵਿੱਚ ਵੀ ਸਾਡੇ ਕੋਲੇ ਆਹ ਪਦਾਰਥ ਹੋਵੇ, ਉਹ ਵਸਤੂ ਹੋਣ। ਨਰ ਚਾਹਤ ਕਛ ਔਰ, ਮਨੁੱਖ ਕੁਝ ਹੋਰ ਦੀ ਇੱਛਾ ਰੱਖਦਾ ਹੈ ਪਰ ਹੋ ਕੁਝ ਹੋਰ ਜਾਂਦਾ ਹੈ। ਔਰੈ ਕੀ ਔਰੈ ਭਈ, ਪਰ ਹੋ ਕੁਝ ਹੋਰ ਹੀ ਜਾਂਦਾ ਹੈ। ਚਿਤਵਤ ਰਹਿਓ ਠਗੌਰ, ਨਾਨਕ ਫਾਸੀ ਗਲ ਭਰੀ। ਚਿਤਵਤ ਰਹਿਓ, ਚਿਤਵਤ ਦਾ ਮਤਲਬ ਹੁੰਦਾ ਹੈ ਸੋਚਣਾ। ਚਿਤਵਤ ਦਾ ਕੀ ਮਤਲਬ ਹੈ? ਸੋਚਣਾ। ਸੋਚਦਾ ਰਿਹਾ ਕਿ ਲੋਕਾਂ ਨੂੰ ਠਗੌਰ ਮਤਲਬ ਠੱਗੀ ਮਾਰੂੰਗਾ ਲੋਕਾਂ ਦੇ ਨਾਲ। ਠਗੌਰ ਠੱਗੀ, ਇਸ ਨੂੰ ਠੱਗ ਮੂਰੀ ਵੀ ਕਿਹਾ ਜਾਂਦਾ ਹੈ। ਠੱਗ ਮੂਰੀ, ਠੱਗ ਮੂਰੀ, ਠੱਗ ਬੂਟੀ। ਠੱਗ ਬੂਟੀ ਹੁੰਦੀ ਸੀ ਇੱਕ, ਜਿਸ ਨੂੰ ਮਤਲਬ ਉਹ ਠੱਗ ਬੂਟੀ ਉਹ ਹੁੰਦੀ ਸੀ ਵੀ ਜਿਸ ਨੂੰ ਖਵਾ ਕੇ ਲੋਕਾਂ ਨੂੰ ਠੱਗਿਆ ਜਾਂਦਾ ਸੀ, ਉਸ ਨੂੰ ਕਿਹਾ ਜਾਂਦਾ ਹੈ। ਉਸ ਨੂੰ ਠਗੌਰ, ਠਗੌਰੀ, ਠੱਗ ਮੂਰੀ, ਠੱਗ ਬੂਟੀ, ਇਹਦੇ ਕਈ ਨਾਮ ਹੈ। ਪਰ ਇੱਥੇ ਕੀ ਹੈ? ਠੱਗੀ। ਇੱਕੋ ਹੀ ਗੱਲ ਹੈ, ਮਤਲਬ ਠੱਗੀ ਮਾਰਨ ਦੀ ਸੋਚਦਾ ਮਨੁੱਖ ਦੂਜਿਆਂ ਨਾਲ। ਮਨੁੱਖ ਦੇ ਦਿਮਾਗ ਵਿੱਚ ਚੱਲਦਾ ਰਹਿੰਦਾ ਵੀ ਕਿਸੇ ਨੂੰ ਕਿਵੇਂ ਲੁੱਟਾਂ, ਕਿਸੇ ਨਾਲ ਠੱਗੀ ਕਿਵੇਂ ਮਾਰਾਂ। ਚਿਤਵਤ ਰਹਿਓ ਠਗੌਰ, ਮਨ ਦੇ ਵਿੱਚ ਸੋਚ ਰਿਹਾ। ਪਰ ਕੀ ਹੋਇਆ? ਨਾਨਕ ਫਾਸੀ ਗਲ ਭਰੀ। ਫਾਸੀ ਦਾ ਮਤਲਬ ਫਾਹਾ, ਪਰ ਅੰਤ ਨੂੰ ਜਮਾ ਨੇ ਫਾਹਾ ਪਾ ਲਿਆ ਆ ਕੇ। ਨਾਨਕ ਫਾਸੀ ਗਲ ਭਰੀ, ਪਰ ਅੰਤ ਨੂੰ ਜਿਹੜੀ ਉਹ ਕੀ ਹੈ? ਫਾਸੀ ਜਿਹੜੀ ਮਤਲਬ ਫਾਹਾ ਗਲ ਦੇ ਵਿੱਚ ਪੈ ਗਿਆ। ਫਾਹਾ ਪੈ ਗਿਆ, ਮੌਤ ਨੇ ਆਣ ਕੇ ਘੇਰ ਲਿਆ ਅੰਤ ਨੂੰ। ਇਸ ਕਰਕੇ ਕੀ ਹੈ ਕਿ ਕਿਸੇ ਨਾਲ ਸਾਨੂੰ ਕੋਈ ਠੱਗੀ ਵਗੈਰਾ ਜਿਹੜੀ ਇਹ ਨਹੀਂ ਕਰਨੀ ਚਾਹੀਦੀ। ਦੁਬਾਰੇ ਸੁਣੋ ਇਸ ਸ਼ਲੋਕ ਨੂੰ, ਕਿੱਡਾ ਪਿਆਰਾ ਸ਼ਲੋਕ ਹੈ ਇਹ। ਨਰ ਚਾਹਤ ਕਛ ਔਰ, ਔਰੈ ਕੀ ਔਰੈ ਭਈ। ਚਿਤਵਤ ਰਹਿਓ ਠਗੌਰ, ਨਾਨਕ ਫਾਸੀ ਗਲ ਭਰੀ। ਮਨੁੱਖ ਆਪਣੇ ਮਨ ਦੇ ਵਿੱਚ ਕੁਝ ਹੋਰ ਚਾਹੁੰਦਾ ਹੈ ਪਰ ਹੋ ਕੁਝ ਹੋਰ ਦਾ ਹੋਰ ਹੀ ਜਾਂਦਾ ਹੈ। ਚਿਤਵਤ ਰਹਿਓ ਠਗੌਰ, ਆਪਣੇ ਮਨ ਦੇ ਵਿੱਚ ਠੱਗੀ ਮਾਰਨ ਵਾਸਤੇ ਸੋਚਦਾ ਹੈ, ਠੱਗਣ ਵਾਸਤੇ ਸੋਚਦਾ, ਲੋਕਾਂ ਨੂੰ ਠੱਗਣ ਦੀਆਂ ਜੁਗਤਾਂ ਸੋਚ ਰਿਹਾ ਹੈ। ਨਾਨਕ ਫਾਸੀ ਗਲ ਭਰੀ, ਪਰ ਅੰਤ ਨੂੰ ਜਮਾ ਦੀ ਫਾਹੀ ਜਿਹੜੀ ਫਾਸੀ ਉਹ ਗਲ ਦੇ ਵਿੱਚ ਪੈ ਜਾਂਦੀ ਹੈ। ਠੀਕ ਹੈ ਜੀ। ਹਾਂਜੀ, ਅੱਗੇ ਸੁਣੋ ਜੀ, ਅਗਲਾ ਸ਼ਲੋਕ ਕੀ ਕਹਿੰਦੇ ਆ ਗੁਰੂ ਤੇਗ ਬਹਾਦਰ ਜੀ। ਜਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਕਹੋ ਨਾਨਕ ਸੁਨ ਰੇ ਮਨਾ, ਹਰ ਭਾਵੈ ਸੋ ਹੋਏ। ਠੀਕ ਹੈ ਜੀ। ਕੀ ਕਹਿੰਦੇ ਆ ਇਸ ਸ਼ਲੋਕ ਦੇ ਵਿੱਚ ਗੁਰੂ ਤੇਗ ਬਹਾਦਰ ਜੀ? ਕਹਿੰਦੇ ਜਤਨ ਬਹੁਤ ਸੁਖ ਕੇ ਕੀਏ, ਕਿ ਮਨੁੱਖ ਨੇ ਸੁੱਖ ਪ੍ਰਾਪਤ ਕਰਨ ਵਾਸਤੇ, ਸੁੱਖ ਸ਼ਬਦ ਆ ਗਿਆ ਨਾ, ਸੁੱਖ ਪ੍ਰਾਪਤ ਕਰਨ ਵਾਸਤੇ ਬਹੁਤ ਸਾਰੇ ਯਤਨ, ਕੋਸ਼ਿਸ਼, ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ, ਬਹੁਤ ਸਾਰੇ ਹੀਲੇ ਵਸੀਲੇ ਕੀਤੇ ਮਨੁੱਖ ਨੇ ਵੀ ਮੈਨੂੰ ਸੁੱਖ ਪ੍ਰਾਪਤ ਹੋਵੇ। ਯਤਨ ਬਹੁਤ ਸੁੱਖ ਕੇ ਕੀਏ, ਦੁੱਖ ਕੋ ਕੀਏ ਨਾ ਕੋਏ। ਪਰ ਦੁੱਖ ਦੀ ਜਿਹੜੀ ਸਮੱਸਿਆ ਹੈ ਉਹਦੇ ਵਾਸਤੇ, ਦੁੱਖ ਵਾਸਤੇ ਕੋਈ ਵੀ ਹੀਲਾ ਵਸੀਲਾ, ਕੋਈ ਵੀ ਉਪਰਾਲਾ ਨਹੀਂ ਕੀਤਾ। ਯਤਨ ਬਹੁਤ ਸੁੱਖ ਕੇ ਕੀਏ, ਸੁੱਖ ਵਾਸਤੇ ਤਾਂ ਬੜੇ ਯਤਨ ਕੀਤੇ, ਬੜੀਆਂ ਕੋਸ਼ਿਸ਼ਾਂ ਕੀਤੀਆਂ। ਦੁੱਖ ਕੋ ਕੀਓ ਨਾ ਕੋਏ, ਪਰ ਦੁੱਖ ਵਾਸਤੇ ਕੋਈ ਯਤਨ ਨਹੀਂ ਕੀਤਾ। ਕਹੋ ਨਾਨਕ ਸੁਨ ਰੇ ਮਨਾ, ਹਰ ਭਾਵੈ ਸੋ ਹੋਏ। ਗੁਰੂ ਤੇਗ ਬਹਾਦਰ ਜੀ ਕੀ ਕਹਿ ਰਹੇ ਹੈ ਕਿ ਹੇ ਮੇਰੇ ਮਨਾ, ਤੂੰ ਸੁਣ ਇਸ ਗੱਲ ਨੂੰ। ਕਿਹੜੀ ਗੱਲ ਨੂੰ? ਹਰ ਭਾਵੈ ਸੋ ਹੋਏ। ਭਾਵੈ ਦਾ ਮਤਲਬ ਹੁੰਦਾ ਹੈ ਚੰਗਾ ਲੱਗਣਾ। ਹਰ ਦਾ ਮਤਲਬ ਕੀ ਹੈ ਪਤਾ ਹੈ ਨਾ? ਹਰੀ, ਪਰਮਾਤਮਾ। ਹਰ ਭਾਵੈ ਸੋ ਹੋਏ, ਕਿ ਜੋ ਹਰੀ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ। ਹੋਏ ਦਾ ਮਤਲਬ ਹੁੰਦਾ ਹੈ, ਉਹੀ ਹੁੰਦਾ ਹੈ ਜੋ ਪਰਮਾਤਮਾ ਨੂੰ ਚੰਗਾ ਲੱਗਦਾ ਹੈ। ਮਤਲਬ ਕੀ ਹੈ ਕਿ ਜੇ ਪਰਮਾਤਮਾ ਨੇ ਤੇਰੇ ਜੀਵਨ ਵਿੱਚ ਸੁੱਖ ਲਿਖਿਆ ਤਾਂ ਸੁੱਖ ਮਿਲੂਗਾ, ਜੇ ਦੁੱਖ ਲਿਖਿਆ ਤਾਂ ਦੁੱਖ ਮਿਲੂਗਾ। ਆ ਦੇਖ ਲਓ ਕਿੰਨਾ ਵਧੀਆ ਜੀਵਨ ਦੇ ਵਿੱਚ ਇਹ ਸਾਨੂੰ ਸੰਦੇਸ਼ ਗੁਰੂ ਤੇਗ ਬਹਾਦਰ ਜੀ ਨੇ ਦਿੱਤਾ। ਫਿਰ ਪੜ੍ਹ ਦਿੰਦਾ ਮੈਂ ਇਹਨੂੰ। ਯਤਨ ਬਹੁਤ ਸੁੱਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਕਹੋ ਨਾਨਕ ਸੁਨ ਰੇ ਮਨਾ, ਹਰ ਭਾਵੈ ਸੋ ਹੋਏ। ਠੀਕ ਹੈ ਜੀ। ਅਗਲੇ ਸ਼ਲੋਕ ਤੇ ਚੱਲਦੇ ਹਾਂ। ਏਕ ਭਗਤ ਭਗਵਾਨ, ਜੇ ਪ੍ਰਾਨੀ ਕੈ ਨਾਹਿ ਮਨ। ਜੈਸੇ ਸੂਕਰ ਸੁਆਨ, ਨਾਨਕ ਮਾਨੋ ਤਾਹੇ ਤਨ। ਗੁਰੂ ਤੇਗ ਬਹਾਦਰ ਜੀ ਕਹਿੰਦੇ ਏਕ ਭਗਤ ਭਗਵਾਨ, ਇੱਕ ਪਰਮਾਤਮਾ ਦੀ ਭਗਤੀ, ਇੱਕ ਪਰਮਾਤਮਾ, ਭਗਵਾਨ ਮਤਲਬ ਪਰਮਾਤਮਾ,
परमात्मा बनता है ना, सौखा ही है, तो सौखे हो गए अर्थ होण तां तुहाडे वास्ते। एक परमात्मा, एक भगत भगवान, उस एक परमात्मा की भगती तू मन दे विच नहीं वसाई। जे प्राणी कै नाहे मन, प्राणी मतलब मनुख, जो मनुख दे मन विच नहीं है, नाहे मन, मनुख दे मन विच उस एक परमात्मा की भगती, उस एक परमात्मा का नाम, उस एक परमात्मा की हस्ती मनुख दे मन विच नहीं है। एक भगत भगवान जे प्राणी का नाहे मन, जैसे सूकर सुहान, नानक मानो ताहे तन। उस मनुख का शरीर, तन, तन तो भाव है शरीर, उस मनुख का शरीर इस तरह का है जिवें सूकर मैंने सूर, सूकर का मतलब होंदा है सूर, ते सुहान तो भाव होंदा है बेटा जी कुत्ता। सूकर का मतलब सूर ते सुहान का मतलब होंदा है कुत्ता। सो ये है जेड़े मतलब की है कि एक भगत भगवान जे प्राणी का नाहे मन, एक उस परमात्मा का नाम जिस प्राणी के मन दे विच नहीं है, जिस प्राणी के मन विच परमात्मा के नाम का वासा नहीं है, उसका तन इस तरह है जिवें सूकर सूर का शरीर होवे। उसका तन मतलब शरीर, उसका शरीर, उस मनुख का शरीर इस प्रकार है जिवें सूकर सूर का शरीर होवे, जिवें सुहान कुत्ते का शरीर होवे। कहण दा भाव की है कि जिस मनुख के मन विच उस एक परमात्मा की भगती का वास नहीं है, उस मनुख का तन जिहड़ा शरीर है वो शरीर किवें दा है, जिवें सूर का शरीर होवे, जिवें कुत्ते का शरीर होवे। सूर सारी उम्र गंदगी दे विच मूँह मारदा ते कुत्ते का जीवन भी कुछ इसे प्रकार का ही है। इस करके मतलब की है भी उस मनुख का जीवन है जिहड़ा वो बहुत भैड़ा हो जाता है। कहण दा भाव यह है, इन्हां नाल सूर ते कुत्ते नाल मनुख दे शरीर की तुलना की है, मनुख दे जीवन की तुलना की है। ठीक है जी विद्यार्थियों, अगे चलते हैं। अगला श्लोक की कहते हैं गुरु तेग बहादुर जी, तीर्थ बरत अरदान कर, मन मै धरै गुमान, नानक निहफल जात तिह, ज्यों कुंचर इशनान। गुरु तेग बहादुर जी कहते कि तीर्थ बरत अरदान कर, तीर्थ मतलब तीर्थां दे उपर इशनान करना। 68 तीर्थ है ना जिहड़े हिंदू धर्म दे विच जिहड़े पवित्र स्थान है, जिन्हां ते इशनान करन दा महत्व हुंदा है। लोकी इशनान करन बकायदा जांदे आ उत्थे कि उत्थे इशनान करांगे ते साडे जिहड़े मतलब की है भी कीते होए गुनाह पाप है जिहड़े ओह धुपणगे। तीर्थ बरत दा मतलब हुंदा है वर्त रखणे, वर्त रखणे है ना। अरदान, दान पुण्य करना, दान पुण्य करना। तीर्थ बरत अरदान कर, कोई मनुख है जिहड़ा वो जीवन दे विच तीर्थां ते इशनान भी करे, बरत तो भाव वर्त भी रखे ते बहुत सारा दान पुण्य भी करे, पर मन मै धरै गुमान, मै तो भाव है विच, पर मन दे विच अहंकार, गुमान का मतलब अहंकार, पर मन दे विच अहंकार है उस मनुख दे। वो मनुख तीर्थां ते इशनान भी कर रहा है, पवित्र तीर्थां ते स्थलां ते जाके वर्त भी रख रहा है, दान पुण्य भी बहुत ज़्यादा कर रहा है, पर उस मनुख दे मन विच की है, अहंकार है। उस मनुख दा जीवन किवें दा, किवें दा है, नानक निहफल जात तिह, ज्यों कुंचर इशनान। निहफल दा मतलब हुंदा है बिना फल तो, निहफल तो भाव हुंदा है बिना फल तो, बिना फल दे, मतलब उस चीज़ का कोई फल प्राप्त नहीं हुंदा, बिना फल दे। नानक निहफल जात तिह, उस मनुख का जिहड़ा कीता होया, उस मनुख का तीर्थां ते कीता होया इशनान, उस मनुख दे रखे हुए वर्त, उस मनुख का कीता होया दान पुण्य सारा निहफल है, व्यर्थ है, बिना फल दे, भाव व्यर्थ है, व्यर्थ है। ते किस तरह व्यर्थ है, जो कुंचर इशनान, कुंचर तो भाव है हाथी, जिवें हाथी का कीता होया इशनान व्यर्थ हुंदा है। हुण तुहाडे जहन दे विच सवाल होऊगा कि सर हाथी का इशनान किवें व्यर्थ हुंदा है, क्योंकि हाथी अपनी सुंड नाल वधिया कितना भी इशनान करके बाहर आ जाए, मान लो किसी सरोवर वगैरह दे विच किसी पानी खड़ा होया उहदे विच हाथी मान लो नहा लिया,
ਨਹਾਉਣ ਤੋਂ ਬਾਅਦ ਜਦੋਂ ਤੋਂ ਬਾਹਰ ਆਊਗਾ ਤੇ ਬਾਹਰੋਂ ਉਹਨੇ ਮਿੱਟੀ ਘੱਟਾ ਆਪਣੀ ਸੁੰਡ ਦੇ ਵਿੱਚ ਚੱਕ ਕੇ, ਆਪਣੀ ਸੁੰਡ 'ਚ ਚੱਕ ਕੇ ਤੇ ਆਪਣੇ ਉਹਨੇ ਫੇਰ ਆਪਦੇ ਪਿੰਡੇ ਤੇ ਸਿੱਟ ਲੈਣਾ ਹੁੰਦਾ। ਇਸ ਕਰਕੇ ਉਹ ਹਾਥੀ ਦਾ ਨਹਾਤਾ ਵਿਅਰਥ ਹੁੰਦਾ। ਹਾਥੀ ਹੈ ਜਿਹੜਾ, ਉਹ ਕਿੰਨਾ ਵੀ ਉਹਨੂੰ ਇਸ਼ਨਾਨ ਕਰਾ ਲਓ ਕੋਈ, ਉਹਨੇ ਬਾਹਰ ਆਉਂਦਿਆਂ ਸਾਰੀ ਉਹਨੇ ਕੀ ਕਰਨਾ, ਮਿੱਟੀ ਘੱਟਾ ਜਾਂ ਕੋਈ ਜਿੱਥੇ ਵੀ ਕੋਈ ਗੰਦਗੀ ਵਗੈਰਾ ਹੈ ਉੱਥੋਂ ਉਹਨੇ ਸੁੰਡ ਨਾ ਚੱਕ ਕੇ ਆਪਦੇ ਉੱਪਰ ਸਿੱਟ ਲੈਣੀ ਹੈ। ਇਸ ਕਰਕੇ ਉਹ ਮਨੁੱਖ ਜਿਹੜਾ ਕਿੰਨੇ ਵੀ ਤੀਰਥਾਂ ਤੇ ਇਸ਼ਨਾਨ ਕਰ ਲੇ, ਕਿੰਨੇ ਵੀ ਵਰਤ ਰੱਖ ਲੇ, ਕਿੰਨੇ ਵੀ ਦਾਨ ਪੁੰਨ ਕਰ ਲੇ, ਪਰ ਉਹਦੇ ਮਨ ਦਾ ਹੰਕਾਰ ਨਹੀਂ ਗਿਆ। ਹੰਕਾਰ ਦੀ ਮੈਲ ਉਹਦੇ ਮਨ ਵਿੱਚ ਉਵੇਂ ਦੀ ਉਵੇਂ ਹੀ ਹੈ। ਉਸ ਮਨੁੱਖ ਦਾ ਜੀਵਨ ਹੈ ਜਿਹੜਾ, ਉਸ ਮਨੁੱਖ ਦੇ ਕੀਤੇ ਹੋਏ ਜਿੰਨੇ ਵੀ ਚੰਗੇ ਕਰਮ ਹੈ, ਆ ਚੰਗੇ ਕਰਮਾਂ ਦੀ ਗਿਣਤੀ 'ਚ ਆਉਂਦੇ ਆ। ਤੀਰਥਾਂ ਤੇ ਇਸ਼ਨਾਨ ਕਰਨਾ, ਵਰਤ ਰੱਖਣੇ, ਦਾਨ ਪੁੰਨ ਕਰਨਾ, ਇਹ ਸਾਰੀਆਂ ਚੀਜ਼ਾਂ ਉਹਦੀਆਂ ਇਸ ਤਰ੍ਹਾਂ ਵਿਅਰਥ ਹੈ ਜਿਵੇਂ ਹਾਥੀ ਦਾ ਇਸ਼ਨਾਨ ਕੀਤਾ ਹੋਇਆ ਵਿਅਰਥ ਹੁੰਦਾ ਹੈ। ਠੀਕ ਹੈ ਜੀ। ਅਗਲਾ ਸ਼ਲੋਕ, ਰਾਮ ਗਇਓ ਰਾਵਨ ਗਇਓ ਜਾਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਗੁਰੂ ਤੇਗ ਬਹਾਦਰ ਜੀ ਇਸ ਸੰਸਾਰ ਦੀ ਨਾਸ਼ਮਾਨਤਾ ਦੀ ਗੱਲ ਕਰ ਰਹੇ ਆ। ਕੀ ਕਹਿੰਦੇ ਆ? ਰਾਮ ਗਇਓ, ਉਹ ਕਹਿੰਦੇ ਅਯੁੱਧਿਆ ਦਾ ਰਾਜਾ ਜਿਹੜਾ ਰਾਮਚੰਦਰ, ਉਹ ਵੀ ਇਸ ਦੁਨੀਆ ਤੋਂ ਚਲਾ ਗਿਆ। ਰਾਮ ਗਇਓ, ਉਸ ਨੂੰ ਵੀ ਇਸ ਦੁਨੀਆ ਤੋਂ ਜਾਣਾ ਪਿਆ। ਅਯੁੱਧਿਆ ਦਾ ਰਾਜਾ ਜਿਹੜਾ ਰਾਮਚੰਦਰ ਹੈ, ਉਹ ਵੀ ਇਸ ਦੁਨੀਆ ਤੋਂ ਗਇਓ ਮਤਲਬ ਗਿਆ, ਚਲਾ ਗਿਆ। ਰਾਵਣ ਗਇਓ, ਤੇ ਜਿਹੜਾ ਲੰਕਾਪਤੀ ਸੀ, ਲੰਕਾ ਦਾ ਰਾਜਾ ਸੀ ਰਾਵਣ, ਉਹ ਵੀ ਇਸ ਦੁਨੀਆ ਤੋਂ ਚਲਾ ਗਿਆ, ਜਿਹੜਾ ਕਹਿੰਦਾ ਸੀ ਮੈਂ ਕਦੇ ਨਹੀਂ ਮਰਦਾ। ਜਾਕੋ ਬਹੁ ਪਰਿਵਾਰ, ਜਿਸ ਦਾ ਬਹੁਤ ਵੱਡਾ ਪਰਿਵਾਰ ਸੀ। ਕਹਿੰਦੇ ਆ ਵੀ ਰਾਵਣ ਦਾ ਬਹੁਤ ਵੱਡਾ ਪਰਿਵਾਰ ਸੀਗਾ, ਉਹਦਾ ਜਿਹੜਾ ਟੱਬਰ ਸੀ ਬਹੁਤ ਤਕੜਾ ਸੀ, ਬਹੁਤ ਵੱਡਾ ਸੀ, ਉਹਦੇ ਫੈਮਿਲੀ ਮੈਂਬਰ ਬਹੁਤ ਸੀ। ਕਹਿੰਦੇ ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਿਵਾਰ, ਵੀ ਇਹ ਅਯੋਧਿਆ ਦਾ ਰਾਜਾ ਜਿਹੜਾ ਰਾਮਚੰਦਰ, ਜਿਹੜਾ ਕੀ ਹੈ ਕਿ ਇੱਕ ਅਵਤਾਰੀ ਪੁਰਸ਼ ਸੀ, ਉਹ ਵੀ ਇਸ ਦੁਨੀਆ ਤੋਂ ਚਲਾ ਗਿਆ। ਰਾਵਣ ਗਇਓ, ਜਿਹਦੇ ਬਾਰੇ ਕਿਹਾ ਜਾਂਦਾ ਵੀ ਉਸਨੇ ਮੌਤ ਨੂੰ ਆਪਣੇ ਪਾਵੇ ਨਾਲ ਬੰਨ੍ਹ ਰੱਖਿਆ ਸੀ, ਉਹ ਵੀ ਇਸ ਦੁਨੀਆ ਤੋਂ ਚਲਾ ਗਿਆ। ਰਾਵਣ ਗਇਓ ਜਾਕੋ ਬਹੁ ਪਰਿਵਾਰ, ਜਿਸ ਦਾ ਬਹੁਤ ਵੱਡਾ ਪਰਿਵਾਰ ਸੀ, ਉਹ ਵੀ ਇਸ ਦੁਨੀਆ ਤੋਂ ਚਲਾ ਗਿਆ। ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਥਿਰ ਦਾ ਮਤਲਬ ਹੁੰਦਾ ਸਥਿਰ, ਟਿਕਿਆ ਹੋਇਆ, ਜਿਸ ਨੂੰ ਆਪਾਂ ਕਹਿ ਦਿੰਦੇ ਹਾਂ ਸਥਿਰ, ਟਿਕਿਆ ਹੋਇਆ। ਬੇਟਾ ਜੀ ਇਸ ਦੁਨੀਆ ਤੇ ਕੁਝ ਵੀ ਸਥਿਰ ਨਹੀਂ ਹੈ। ਕਹੋ ਨਾਨਕ ਥਿਰ ਕਛ ਨਹੀਂ। ਗੁਰੂ ਤੇਗ ਬਹਾਦਰ ਜੀ ਕਹਿੰਦੇ ਇਸ ਦੁਨੀਆ ਦੇ ਉੱਪਰ ਸਥਿਰ ਕੋਈ ਵੀ ਚੀਜ਼ ਨਹੀਂ ਹੈ। ਹਰ ਚੀਜ਼ ਨਾਸ਼ਵਾਨ ਹੈ। ਹਰ ਵਸਤੂ ਨੇ ਇੱਕ ਨਾ ਇੱਕ ਦਿਨ ਖਤਮ ਹੋ ਜਾਣਾ ਹੈ। ਹਰ ਪ੍ਰਾਣੀ ਦੀ ਇੱਕ ਨਾ ਇੱਕ ਦਿਨ ਮ੍ਰਿਤੂ ਨਿਸ਼ਚਿਤ ਕੀਤੀ ਗਈ ਹੈ। ਕਹੋ ਨਾਨਕ ਥਿਰ ਕਛ ਨਹੀਂ। ਬਈ ਐਡੇ ਵੱਡੇ ਸ਼ਖਸੀ ਜਿਹੜੇ, ਇੰਨੀਆਂ ਮਹਾਨ ਸ਼ਖਸੀਅਤਾਂ, ਉਹ ਨਹੀਂ ਇਸ ਦੁਨੀਆ ਤੇ ਰਹੀਆਂ, ਤੇ ਆਪਾਂ ਹੈ ਕੀ ਚੀਜ਼? ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਇਸ ਜਗਤ ਦੇ ਵਿੱਚ ਜੀਵਨ ਹੈ ਜਿਹੜਾ, ਉਹ ਸੁਪਨੇ ਦੇ ਵਰਗਾ ਹੈ। ਆਪਣਾ ਜਿਹੜਾ ਲੰਘ ਗਿਆ ਸਮਾਂ ਨਾ, ਉਹ ਸੁਪਨੇ ਵਰਗਾ ਹੈ। ਬਸ ਜਿਹੜਾ ਸਮਾਂ ਲੰਘ ਗਿਆ, ਜਿਵੇਂ ਕੱਲ੍ਹ ਦਾ ਸਮਾਂ, ਕੱਲ੍ਹ ਦੀ ਤਰੀਕ ਜਿਹੜੀ ਲੰਘ ਗਈ, ਉਹ ਸੁਪਨੇ ਵਾਂਗੂ ਆਪਣੇ ਜ਼ਿਹਨ ਦੇ ਵਿੱਚ ਹੈ, ਬਸ ਹੋਰ ਕੁਝ ਨਹੀਂ। ਉਸ ਜੀਵਨ ਨੂੰ ਆਪਾਂ, ਆਪਣਾ ਜਿਹੜਾ ਸਮਾਂ ਲੰਘ ਗਿਆ, ਉਸ ਨੂੰ ਆਪਾਂ ਦੁਬਾਰਾ ਨਹੀਂ ਜੀ ਸਕਦੇ। ਉਸ ਨੂੰ ਸੁਪਨੇ ਦੇ ਵਿੱਚ ਹੀ ਕੋਈ ਯਾਦ ਕਰ ਸਕਦੇ ਆ ਮਾੜਾ ਮੋਟਾ। ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਇਹ ਗੁਰੂ ਤੇਗ ਬਹਾਦਰ ਜੀ ਕਹਿੰਦੇ ਇਸ ਦੁਨੀਆ ਦੇ ਉੱਪਰ ਸਥਿਰ ਟਿਕਿਆ ਹੋਇਆ ਕੁਝ ਵੀ ਨਹੀਂ ਹੈ। ਭਾਵ ਹਰ ਵਸਤੂ, ਹਰ ਚੀਜ਼, ਹਰ ਸ਼ੈ ਨਾਸ਼ਵਾਨ ਹੈ, ਤੇ ਇਹ ਸੰਸਾਰ ਹੈ ਜਿਹੜਾ, ਇਹ ਸੁਪਨੇ ਵਰਗਾ ਹੈ। ਠੀਕ ਹੈ ਨਾ ਵਿਦਿਆਰਥੀਓ? ਅੱਗੇ ਸੁਣੋ ਅਗਲਾ ਸ਼ਲੋਕ, ਚਿੰਤਾ ਤਾਕੀ ਕੀਜੀਐ ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਫਿਰ ਗੁਰੂ ਤੇਗ ਬਹਾਦਰ ਜੀ ਨੇ ਨਾਸ਼ਮਾਨਤਾ ਦੀ ਗੱਲ ਕੀਤੀ ਹੈ ਇਸ ਸ਼ਲੋਕ ਦੇ ਵਿੱਚ ਵੀ। ਪਿਛਲਾ ਜਿਹੜਾ ਸ਼ਲੋਕ ਹੈ ਉਹਦੇ ਵਾਂਗ ਹੀ, ਚਿੰਤਾ ਤਾਕੀ ਕੀਜੀਐ। ਗੁਰੂ ਤੇਗ ਬਹਾਦਰ ਜੀ ਕਹਿੰਦੇ ਚਿੰਤਾ, ਫਿਕਰ ਉਸ ਚੀਜ਼ ਦਾ ਕਰਨਾ ਚਾਹੀਦਾ। ਚਿੰਤਾ ਤਾਕੀ ਕੀਜੀਐ ਜੋ ਅਨਹੋਨੀ ਹੋਏ, ਵੀ ਜਿਹੜੀ ਨਾ ਹੋਣ ਵਾਲੀ ਘਟਨਾ ਹੋਵੇ। ਨਾ ਹੋਣ ਵਾਲੀ ਘਟਨਾ, ਅਨਹੋਨੀ, ਵੀ ਜਿਹੜੀ ਨਾ ਹੋਣ ਵਾਲੀ ਘਟਨਾ, ਉਸ ਨੂੰ ਕਿਹਾ ਜਾਂਦਾ ਹੈ ਅਨਹੋਨੀ। ਉਸ ਗੱਲ ਦੀ ਤਾਂ ਚਿੰਤਾ ਕਰਨੀ ਚਾਹੀਦੀ ਹੈ ਆਪਾਂ ਨੂੰ। ਚਿੰਤਾ ਤਾਕੀ ਕੀਜੀਐ ਜੋ ਅਨਹੋਨੀ ਹੋਏ, ਉਸ ਗੱਲ ਦੀ ਚਿੰਤਾ ਅਸੀਂ ਕਰਨੀ ਚਾਹੀਦੀ ਹੈ ਸਾਨੂੰ, ਜਿਹੜੀ ਅਨਹੋਣੀ, ਨਾ ਹੋਣ ਵਾਲੀ ਘਟਨਾ ਹੋਵੇ। ਜਿਹੜੀ ਹੋਣ ਵਾਲੀ ਹੈ ਉਸ ਦੀ ਕੀ ਚਿੰਤਾ?
ਵੀ ਆਪਾਂ ਜੇ ਮੰਨ ਲਓ ਮੌਤ ਦੀ ਚਿੰਤਾ ਕਰੀਏ, ਕਹਿਣ ਦਾ ਭਾਵ ਕੀ ਹੈ ਗੁਰੂ ਤੇਗ ਬਹਾਦਰ ਜੀ ਦਾ, ਵੀ ਆਪਾਂ ਸੋਚੀ ਜਾਈਏ ਕਿ ਹਾਏ ਮੈਨੂੰ ਇੱਕ ਦਿਨ ਮੌਤ ਆ ਜਾਣੀ ਹੈ, ਆਪਾਂ ਇਸ ਗੱਲ ਦੀ ਚਿੰਤਾ 'ਚ ਡੁੱਬੇ ਰਹੀਏ। ਗੁਰੂ ਤੇਗ ਬਹਾਦਰ ਜੀ ਕਹਿੰਦੇ ਨਹੀਂ, ਉਹ ਅਣਹੋਣੀ ਥੋੜ੍ਹਾ ਹੈ, ਉਹ ਤਾਂ ਹੋਣੀ ਹੈ। ਵੀ ਉਹ ਮੌਤ ਨਿਸ਼ਚਿਤ ਹੈ, ਅਟਲ ਹੈ, ਉਹ ਆਉਣੀ ਆਉਣੀ ਹੈ, ਫਿਰ ਉਸ ਚੀਜ਼ ਦਾ ਫਿਕਰ ਕਿਉਂ ਕਰਨਾ। चिंता ताकि कीजिए जो अनहोनी होए, पर चिंता उस गल की करो जिहड़ी ना होने वाली घटना होवे। जिहड़ी घटना होनी है मनुख तेरे जीवन दे विच, ओहदी चिंता तू क्यों करदा है? चिंता करनी व्यर्थ है तेरी। ये मार्ग संसार को नानक थिर नहीं कोई। इस संसार दे विच, इस संसार दे मार्ग दे विच नानक थिर नहीं कोई। थिर दा मतलब उही है ਜਿਹੜਾ पिछले श्लोक ਦੇ ਵਿੱਚ ਸੀ, स्थिर। इस दुनिया ते कुछ भी स्थिर नहीं है, टिकया होया नहीं है। हर शै ने एक ना एक दिन नाश हो जाना है, खत्म हो जाना है। हाँ जी, अगला श्लोक, आखिरी श्लोक है जिहड़ा गुरु तेग बहादुर जी का। राम नाम और मैं गहियो जाके सम नहीं कोए, जे सिमरत संकट मिटै दर्श तुहारो होए। गुरु तेग बहादुर जी कहते राम नाम, राम का मतलब है परमात्मा। इत्थे राम का मतलब अयोध्या का राजा रामचंद्र नहीं गा विद्यार्थियों, याद रखना तुसीं। इत्थे राम तो भाव परमात्मा है। उस परमात्मा का नाम और दा मतलब होंदा है हिरदा। मैं दा मतलब वही है विच, गहियो मतलब वसा लिया। गहियो तो भाव की है? वसा लिया। कि मैं उस परमात्मा का नाम, हुण देखो तुसी अर्थ सौखा कर दोगे ना, जे मान लो आह ही आ जे भी आ दो पंक्तियां का अर्थ दसो जी, सरल अर्थ दसो, गुरु तेग बहादुर जी ने की संदेश दिता है, दे सकते हो ना। राम नाम और मैं गहे हो, कि मैं उस परमात्मा का नाम अपने हिरदे दे विच वसा लिया। जाके सम नहीं कोई, सम का मतलब होंदा है समान, बराबर। उस परमात्मा दे समान जां उस परमात्मा दे बराबर होर दूजा कोई नहीं है। परमात्मा की हस्ती दे बराबर होर कोई हस्ती नहीं है दुनिया ते। जे सिमरत संकट मिटै, जिस दा नाम जपण दे नाल मेरे संकट, मेरे सारे दुख मिट जाते हैं, खत्म हो जाते हैं। दर्श तुहारो होए, ये परमात्मा मैनू तेरे दर्शन हो जाते हैं। दर्श मतलब दर्शन, देखना। तुहारो मतलब तेरे, होए मतलब होंदे हन। तुहारो दा मतलब तेरे, परमात्मा मैनू तेरे दर्शन हो जाते हैं। आखिरी श्लोक है अपना ही, मैं एक बार फिर पढ़ दिना इनू। राम नाम और मैं गहियो जाके सम नहीं कोए, जह सिमरत संकट मिटै दर्श तुहारो होए। सो ठीक है विद्यार्थियों, श्री गुरु तेग बहादुर जी वाला पाठ अपना समाप्त हो चुका है। अगला पाठ लैके जल्दी तुहाडे सामने रूबरू होना है जी। सत श्री अकाल।